ਤੁਹਾਡਾ ਨਾਮ ਜਿਹੜਾ ਲੁਧਿਆਣੇ ਦੇ ਵਿੱਚ ਬਹੁਤ ਜਿਹੜਾ ਸੁਣਨ ਨੂੰ ਮਿਲਦਾ ਹੈ ਕਿ ਰਨਿੰਗ ਦੇ ਵਿੱਚ ਵੀ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਬੁਲੰਦੀਆਂ ਜਿਹੜੀਆਂ ਛੂਹੀਆਂ ਨੇ। ਤਾਂ ਜਿਹੜਾ ਸ਼ੁਰੂਆਤ ਜਿਹੜੀ ਹੋਈ ਸੀਗੀ ਕਿਸ ਤਰੀਕੇ ਨਾਲ ਹੋਈ ਸੀ? ਮੈਂ 2017 ਤੋਂ ਪਹਿਲਾਂ ਰੈਗੂਲਰ ਇੱਕ ਰਨਰ ਰਿਹਾ ਹੈਗਾ। ਮੈਂ ਰੈਗੂਲਰ ਇੱਕ ਐਥਲੀਟ ਰਿਹਾ ਜਾਂ ਰਨਰ ਰਿਹਾ ਜਿਹੜਾ ਕਿ ਥੋੜ੍ਹਾ ਬਹੁਤਾ ਭੱਜਦਾ ਹੁੰਦਾ ਸੀ ਜਾਂ ਥੋੜ੍ਹਾ ਬਹੁਤਾ ਕੁਝ ਵੀ ਐਕਸਰਸਾਈਜ਼ ਕਰਦਾ ਹੁੰਦਾ ਸੀ। ਮੈਂ ਪਹਿਲਾਂ 2018 ਦੇ ਵਿੱਚ 1667 ਕਿਲੋਮੀਟਰ ਭੱਜਿਆ। ਉਹਦੇ 'ਚ 1667 ਕਿਲੋਮੀਟਰ ਭੱਜਣ ਤੋਂ ਬਾਅਦ ਫਿਰ ਮੈਂ ਕੀ ਕੀਤਾ ਹੈਗਾ, ਅਗਲੇ ਸਾਲ ਮੈਂ 3400 ਕਿਲੋਮੀਟਰ ਭੱਜਿਆ। ਕੋਵਿਡ ਦੇ ਵਿੱਚ ਮੈਂ 6333 ਕਿਲੋਮੀਟਰ ਭੱਜ ਕੇ ਇੱਕ ਵਰਲਡ ਰਿਕਾਰਡ ਬਣਾਇਆ। ਘੁਮਾ ਕੇ ਪੈਦਲ ਹੀ ਮੈਂ 100 ਦਿਨ ਨਾ ਸਾਈਕਲ ਚਲਾਇਆ ਨਾ ਮੈਂ ਸਕੂਟਰ ਚਲਾਇਆ, ਪੈਦਲ ਹੀ ਔਨ ਰੋਡ ਰਿਹਾ, ਸਾਰਾ ਦਿਨ ਹੀ ਭੱਜਦਾ ਸੀ। ਜੋ ਉੱਧਰ ਬਰਸਾਤ ਹੁੰਦੀ ਸੀ ਉਧਰੋਂ ਮੈਂ ਭੱਜ ਹੁੰਦਾ ਸੀ। ਮੇਰੇ ਤੁਸੀਂ ਅਗਰ ਉਸ ਟਾਈਮ ਦੀਆਂ ਮੈਂ ਫੋਟੋਆਂ ਨਹੀਂ ਖਿੱਚ ਸਕਿਆ, ਮੇਰੇ ਪੈਰ ਗਲ ਗਏ ਸੀ ਸਾਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਸਪੋਰਟਸ ਹਰ ਇੱਕ ਨੂੰ ਪਸੰਦ ਹੈ। ਸਪੋਰਟਸ ਦੇ ਵਿੱਚ ਕੋਈ ਆਪਣਾ ਪ੍ਰੋਫੈਸ਼ਨ ਜਿਹੜਾ ਚੂਜ਼ ਕਰਕੇ ਪ੍ਰੋਫੈਸ਼ਨ ਨੂੰ ਅੱਗੇ ਵਧਾਉਂਦਾ ਹੈ, ਕੋਈ ਪੈਸ਼ਨ ਰੱਖ ਕੇ ਜਿਹੜਾ ਸਪੋਰਟਸ ਦੇ ਵਿੱਚ ਉਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਬਹੁਤ ਸਾਰੇ ਰਿਕਾਰਡ ਵੀ ਜਿਹੜੇ ਕਾਇਮ ਕਰਦੇ ਨੇ। ਤਾਂ ਅਸੀਂ ਲੁਧਿਆਣੇ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਚਾਰਟਰਡ ਅਕਾਊਂਟੈਂਟ ਰਜਨੀਸ਼ ਸ਼ਰਮਾ ਜੀ ਦੇ ਘਰ ਦੇ ਵਿੱਚ। ਇਸ ਵੇਲੇ ਅਸੀਂ ਮੌਜੂਦ ਹਾਂ ਜਿਨ੍ਹਾਂ ਨੇ ਵਰਲਡ ਰਿਕਾਰਡ ਵੀ ਬਣਾਏ ਨੇ, ਰਨਿੰਗ ਦੇ ਵਿੱਚ, ਸਾਈਕਲਿੰਗ ਦੇ ਵਿੱਚ ਬਹੁਤ ਸਾਰੇ ਮੈਡਲਸ ਵੀ ਜਿਹੜੇ ਜਿੱਤੇ ਨੇ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਰਵਾ ਦਿੰਦੇ ਹਾਂ ਕਿ ਬਹੁਤ ਸਾਰੇ ਰਿਕਾਰਡਸ ਵੀ ਜਿਹੜੇ ਉਹਨਾਂ ਦੇ ਵੱਲੋਂ ਕਾਇਮ ਵੀ ਕੀਤੇ ਗਏ ਨੇ। ਇੱਕ ਰਨਿੰਗ ਨੂੰ ਲੈ ਕੇ ਵੀ ਇਹਨਾਂ ਦੇ ਵੱਲੋਂ ਰਿਕਾਰਡ ਕਾਇਮ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ 6000 ਕਿਲੋਮੀਟਰ ਤੋਂ ਵੱਧ ਜਿਹੜੀ ਰਨਿੰਗ ਕਰਕੇ ਰਿਕਾਰਡ ਕਾਇਮ ਕੀਤਾ ਤੇ ਇਸ ਦੇ ਨਾਲ ਨਾਲ ਲੁਧਿਆਣੇ ਦਾ ਨਾਮ ਵੀ ਜਿਹੜਾ ਉਹਨਾਂ ਨੇ ਰੋਸ਼ਨ ਕੀਤਾ ਸੀਗਾ। ਤਾਂ ਸਾਡੇ ਨਾਲ ਇਸ ਵੇਲੇ CA ਰਜਨੀਸ਼ ਸ਼ਰਮਾ ਜੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਗੁੱਡ ਮਾਰਨਿੰਗ। ਸਰ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਤੁਹਾਡੇ ਰਿਕਾਰਡਸ ਜਿਹੜੇ ਬਹੁਤ ਕਾਇਮ ਹੋਏ ਨੇ, ਤੁਹਾਡਾ ਨਾਮ ਜਿਹੜਾ ਲੁਧਿਆਣੇ ਦੇ ਵਿੱਚ ਬਹੁਤ ਜਿਹੜਾ ਸੁਣਨ ਨੂੰ ਮਿਲਦਾ ਹੈ ਕਿ ਰਨਿੰਗ ਦੇ ਵਿੱਚ ਵੀ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਬੁਲੰਦੀਆਂ ਜਿਹੜੀਆਂ ਛੂਹੀਆਂ ਨੇ। ਤਾਂ ਜਿਹੜਾ ਸ਼ੁਰੂਆਤ ਜਿਹੜੀ ਹੋਈ ਸੀਗੀ ਕਿਸ ਤਰੀਕੇ ਨਾਲ ਹੋਈ ਸੀਗੀ? ਸ਼ੁਰੂਆਤ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਮੇਰੀ 2017, ਮੈਂ 2017 ਤੋਂ ਪਹਿਲਾਂ ਰੈਗੂਲਰ ਇੱਕ ਰਨਰ ਰਿਹਾ ਹੈਗਾ। ਮੈਂ ਰੈਗੂਲਰ ਇੱਕ ਐਥਲੀਟ ਰਿਹਾ ਜਾਂ ਰਨਰ ਰਿਹਾ ਜਿਹੜਾ ਕਿ ਥੋੜ੍ਹਾ ਬਹੁਤਾ ਭੱਜਦਾ ਹੁੰਦਾ ਸੀ ਜਾਂ ਥੋੜ੍ਹਾ ਬਹੁਤਾ ਕੁਝ ਵੀ ਐਕਸਰਸਾਈਜ਼ ਕਰਦਾ ਹੁੰਦਾ ਸੀ। 2017 ਦੇ ਵਿੱਚ ਇੱਕ ਸਾਡੇ ਕੋਲ ਲੁਧਿਆਣੇ ਦੇ ਵਿੱਚ ਲੁਧਿਆਣਾ ਰਨਰ ਦੀ ਇੱਕ ਰਨਿੰਗ ਹੋਈ ਸੀ, ਮੈਰਾਥਨ ਹੋਈ ਸੀ, ਜਿਹਨੂੰ ਮੈਂ ਫਸਟ ਟਾਈਮ ਪਾਰਟੀਸਪੇਟ ਕੀਤਾ ਸੀਗਾ। ਮੈਂ 10 ਕਿਲੋਮੀਟਰ ਦਾ ਰਨਰ ਉਸ ਟਾਈਮ ਦੇ ਉੱਤੇ ਸੀਗਾ। ਉਸ ਟਾਈਮ ਦੇ ਉੱਤੇ 10 ਕਿਲੋਮੀਟਰ ਹੀ ਭੱਜ ਪਾਉਂਦਾ ਸੀਗਾ। ਉਸ ਟਾਈਮ ਅਸ਼ਵਨੀ ਠਾਕੁਰ ਮੇਰੇ ਛੋਟਾ ਵੀਰ ਹੈਗਾ, ਉਹਨੇ ਮੇਰੀ ਜ਼ਬਰਦਸਤੀ 21 ਕਿਲੋਮੀਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਾਤੀ ਕਿ ਭਾਜੀ ਤੁਸੀਂ ਭੱਜ ਲਓਗੇ। ਚਲੋ ਮੈਂ ਚੱਲਿਆ ਤਾਂ ਪਹਿਲਾ 10 ਕਿਲੋਮੀਟਰ ਤਾਂ ਮੈਂ ਬਹੁਤ ਵਧੀਆ ਕੱਢ ਗਿਆ। 21 ਕਿਲੋਮੀਟਰ ਮੈਂ ਕਰ ਗਿਆ ਕਿਸੇ ਤਰੀਕੇ। ਫਿਰ ਮੈਨੂੰ ਉਸ ਤੋਂ ਬਾਅਦ ਸ਼ੌਂਕ ਪੈ ਗਿਆ। ਫਿਰ ਇਕੱਠੇ ਹੋ ਹਰ ਜਗ੍ਹਾ ਦੇ ਉੱਤੇ, ਫਿਰ ਕੋਈ ਜਗ੍ਹਾ ਨਹੀਂ ਛੱਡੀ, ਜਿੱਦਾਂ ਚੰਡੀਗੜ੍ਹ ਹੋ ਗਿਆ, ਇੰਡੀਆ ਦਾ ਕੋਈ ਕੁੰਜਾ ਨਹੀਂ ਛੱਡਿਆ ਜਿੱਥੇ ਅਸੀਂ ਮੈਰਾਥਨ ਨਹੀਂ ਲਗਾਈ। ਫਿਰ ਮੇਰੀ ਇੱਕ ਟੀਮ ਬਣ ਗਈ। ਜਿਹੜੇ 3 ਬੰਦੇ ਹੈਗੇ, 3 ਜਣਿਆਂ ਨੇ, ਪੁੰਨੀ ਭਾਜੀ, ਡਾਕਟਰ ਘੁੰਮਣ ਤੇ ਮੈਂ। ਫਿਰ ਅਸੀਂ ਇੰਡੀਆ ਦੇ ਵਿੱਚ ਪਹਿਲਾਂ ਤਾਂ ਅਸੀਂ ਚੰਡੀਗੜ੍ਹ ਬਹੁਤ ਲਾਈਆਂ। ਫਿਰ ਅਸੀਂ ਉਹਦੇ ਵਿੱਚ ਚੱਲਦੇ ਹੋਏ ਇੱਕ ਪ੍ਰੋ ਕੈਮ ਸਲੈਮਿਕ ਟਾਈਟਲ ਹੁੰਦਾ ਹੈਗਾ, ਪ੍ਰੋ ਕੈਮ, ਉਹ 4 ਜਗ੍ਹਾ ਦੇ ਉੱਤੇ ਹੁੰਦਾ। ਇੱਕ ਤਾਂ ਦਿੱਲੀ ਭੱਜਣਾ, ਦਿੱਲੀ, ਬੈਂਗਲੋਰ, ਕੈਲਕਟਾ ਐਂਡ ਬੰਬੇ। ਅਸੀਂ 4 ਜਗ੍ਹਾ ਦੇ ਉੱਤੇ ਉਹਨੂੰ ਭੱਜ ਕੇ ਉਸ ਟਾਈਟਲ ਨੂੰ, ਮੈਂ ਪ੍ਰੋਗਰਾਮ ਸਾਹਿਬ ਦਾ ਮੈਨੂੰ ਟਾਈਟਲ ਮਿਲਿਆ। ਮੈਂ ਉੱਥੇ ਤੁਹਾਨੂੰ ਬਾਅਦ ਦੇ ਵਿੱਚੋਂ ਦਿਖਾਉਣਾ ਹੈਗਾ। ਅਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਹੋਰ ਪਾਸੇ ਚੱਲਿਆ, ਜਿਹੜੀ ਕਿ ਇੱਕ ਦਿੱਲੀ ਦੀ ਕੰਪਨੀ ਹੈ 100 Days of Running, ਜਿਹਨੂੰ HDOR ਕਹਿੰਦੇ ਹੈਗੇ ਆ। ਉਹ 100 ਦਿਨ ਦੀ ਇੱਕ ਰਨਿੰਗ ਕੰਡਕਟ ਕਰਦੀ ਹੁੰਦੀ ਹੈ ਹਮੇਸ਼ਾ, ਜਿਹਦੇ 'ਚ ਤੁਸੀਂ ਘੱਟ ਤੋਂ ਘੱਟ 2 ਕਿਲੋਮੀਟਰ ਅਤੇ ਵੱਧ ਤੋਂ ਵੱਧ ਤੁਸੀਂ ਜਿੰਨੇ ਮਰਜ਼ੀ ਕਿਲੋਮੀਟਰ ਭੱਜ ਸਕਦੇ ਹੈਗੇ ਹੋ। ਮੈਂ ਪਹਿਲਾਂ 2018 ਦੇ ਵਿੱਚ 1667 ਕਿਲੋਮੀਟਰ ਭੱਜਿਆ। ਉਹਦੇ 'ਚ 1667 ਕਿਲੋਮੀਟਰ ਭੱਜਣ ਤੋਂ ਬਾਅਦ ਫਿਰ ਮੈਂ ਕੀ ਕੀਤਾ ਹੈਗਾ, ਅਗਲੇ ਸਾਲ ਮੈਂ 3400 ਕਿਲੋਮੀਟਰ ਭੱਜਿਆ। ਉਸ ਤੋਂ ਬਾਅਦ ਕੋਵਿਡ ਆ ਗਿਆ। ਕੋਵਿਡ ਦੇ ਵਿੱਚ ਮੈਂ 6333 ਕਿਲੋਮੀਟਰ ਭੱਜ ਕੇ ਇੱਕ ਵਰਲਡ ਰਿਕਾਰਡ ਬਣਾਇਆ। ਉਹ ਵਰਲਡ ਰਿਕਾਰਡ ਦੇ ਵਿੱਚ ਇਹ ਸੀਗਾ ਕਿ ਤੁਸੀਂ ਕੋਵਿਡ ਦੇ ਕਾਰਨ ਇੱਕ ਉਹਦੇ 'ਚ ਰਿਲੈਕਸੇਸ਼ਨ ਸੀਗੀ ਕਿ ਤੁਸੀਂ ਮਲਟੀਪਲ ਐਂਟਰੀ ਕਰ ਸਕਦੇ ਹੋ। ਮਲਟੀਪਲ ਐਂਟਰੀ ਦਾ ਮਤਲਬ ਕਿ ਸਾਰਾ ਦਿਨ 'ਚ ਤੁਸੀਂ ਜਿੰਨੀ ਵਾਰ ਭੱਜੋਗੇ ਉਹ ਰਿਕਾਰਡ ਹੋਊਗਾ। ਹੁਣ 100 ਡੇਜ਼ ਰਨਿੰਗ ਜਿਹੜੀ ਚੱਲਦੀ ਪਈ ਆ ਉਹ ਸਿੰਗਲ ਐਂਟਰੀ 'ਤੇ ਚੱਲਦੀ ਆ ਕਿ ਤੁਸੀਂ ਸਾਰੇ ਦਿਨ ਦੇ ਵਿੱਚ ਇੱਕ ਵਾਰ ਭੱਜੋਗੇ, ਜਿੰਨੀ ਵਾਰ ਮਰਜ਼ੀ ਭੱਜੋ, ਜਿਹੜੀ ਲੌਂਗੈਸਟ ਰਨ ਹੋਊਗੀ ਉਹ ਤੁਹਾਡੀ ਰਿਕਾਰਡ ਹੋਊਗੀ। ਉਸ ਦੇ ਵਿੱਚ ਮੈਂ ਫਿਰ ਕੀ ਕੀਤਾ ਕਿ ਮੈਂ ਸਵੇਰੇ ਹੀ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ। ਮੈਨੂੰ ਯਾਦ ਹੈ ਕਿ ਮੇਰੀ ਟੀਮ ਮੇਰੀ ਸਪੋਰਟ ਦੇ ਉੱਤੇ ਹੁੰਦੀ ਸੀਗੀ, ਜਿਹਦੇ 'ਚ ਪੁੰਨੀ ਭਾਜੀ, ਡਾਕਟਰ ਘੁੰਮਣ, ਅਸ਼ੋਕ ਮਲਹੋਤਰਾ ਭਾਜੀ। ਮੈਂ ਸਵੇਰੇ 3 ਵਜੇ ਉੱਠ ਕੇ ਇੱਥੋਂ ਜਾਂਦਾ ਹੁੰਦਾ ਸੀਗਾ ਪੁੰਨੀ ਭਾਜੀ ਦੇ ਕੋਲ, ਜਿਹੜੇ ਕਿ BRS ਨਗਰ CFC ਸਕੂਲ ਦੇ ਵਾਲੀ ਰੋਡ ਦੇ ਉੱਤੇ ਹੁੰਦੇ ਸੀਗੇ। ਉਹ ਅਪ ਡਾਊਨ 3 ਕਿਲੋਮੀਟਰ ਹੈਗਾ।
ਮੈਂ 3 ਵਜੇ ਅਸੀਂ ਭੱਜਣਾ ਸ਼ੁਰੂ ਕਰਦੇ ਹੁੰਦੇ ਸੀ। ਉਹ ਮੈਨੂੰ ਪਹਿਲਾਂ 21 ਜਾਂ 25 ਕਿਲੋਮੀਟਰ ਉੱਥੇ ਕਰਾਉਂਦੇ ਹੁੰਦੇ ਸੀਗੇ। ਉਸ ਤੋਂ ਬਾਅਦ ਮੈਂ ਉੱਥੇ ਆਪਣੀ ਵਾਚ ਨੂੰ ਕਲੋਜ਼ ਕਰ ਦਿੰਦਾ ਸੀਗਾ। ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਧਾ ਘੰਟੇ ਦੀ ਰਿਲੈਕਸੇਸ਼ਨ ਲੈ ਕੇ ਫਿਰ ਮੈਂ PAU ਆ ਜਾਂਦਾ ਸੀ। ਪਹਿਲਾਂ ਮੇਰਾ 21 ਕਿਲੋਮੀਟਰ ਦਾ ਜਿਹੜਾ ਜਿੰਮਾ ਹੁੰਦਾ ਸੀ ਉਹ ਪੁੰਨੀ ਭਾਈ ਦਾ ਹੁੰਦਾ ਸੀ, ਜਿਹੜੇ ਮੇਰੇ ਨਾਲ ਲਵਾਉਂਦੇ ਸੀ। ਫਿਰ ਮੈਂ PAU 'ਚ ਆਉਂਦਾ ਸੀ। ਫਿਰ ਅਗਲੀ ਸਾਡੀ ਜਿਹੜੀ ਜ਼ਿੰਮੇਵਾਰੀ ਨਾਲ ਹੁੰਦੀ ਸੀਗੀ ਉਹ ਅਸ਼ੋਕ ਮਲਹੋਤਰਾ ਜੀ। ਹੁਣ ਤੁਸੀਂ ਕਹੋਗੇ ਜ਼ਿੰਮੇਵਾਰੀ ਦਾ ਮਤਲਬ, ਜਦੋਂ ਤੁਸੀਂ ਇੰਨਾ ਲੰਬਾ ਭੱਜਦੇ ਹੋ ਨਾ, ਤੁਸੀਂ ਇੱਕ ਤਾਂ ਬੋਰ ਹੋ ਜਾਂਦੇ ਆ, ਇੱਕ ਤੁਹਾਨੂੰ ਸਪੋਰਟ ਚਾਹੀਦੀ ਹੁੰਦੀ ਆ ਪੀਣ ਲਈ, ਕੁਝ ਖਾਣ ਲਈ। ਤੁਸੀਂ ਭੱਜੀ ਜਾ ਰਹੇ ਹੋ, ਨਾਲ ਨਹੀਂ ਕੈਰੀ ਕਰ ਸਕਦੇ। ਫਿਰ ਮੇਰੇ ਕੋਲ ਅਸ਼ੋਕ ਮਲਹੋਤਰਾ ਜੀ ਆ ਜਾਂਦੇ ਸੀ। ਫਿਰ ਮੈਂ 9-9:30 ਵਜੇ ਤੱਕ ਭੱਜਦਾ ਹੁੰਦਾ ਸੀ। ਫਿਰ ਮੈਂ ਘਰ ਆ ਜਾਣਾ। ਘਰ ਆ ਕੇ ਫਿਰ ਮੈਂ ਤਿਆਰ ਹੋਣਾ। ਤਿਆਰ ਹੋ ਕੇ ਮੈਂ ਆਫਿਸ ਪੈਦਲ ਹੀ ਜਾਂਦਾ ਸੀ। ਮੇਰਾ ਕੁਮਾਰ ਮੰਡੀ ਆਫਿਸ ਹੈ, ਅਤੇ ਜਿੱਦਾਂ ਇਹਨਾਂ ਨੇ ਪਹਿਲਾਂ ਦੱਸਿਆ ਕਿ ਮੈਂ ਚਾਰਟਰਡ ਅਕਾਊਂਟੈਂਟ ਹਾਂ। ਮੈਂ ਘਰੋਂ ਚੱਲਣਾ, ਘੁਮਾ ਕੇ ਪੈਦਲ ਹੀ। ਮੈਂ 100 ਦਿਨ ਨਾ ਸਾਈਕਲ ਚਲਾਇਆ, ਨਾ ਮੈਂ ਸਕੂਟਰ ਚਲਾਇਆ, ਪੈਦਲ ਹੀ ਔਨ ਰੋਡ ਰਿਹਾ। ਸਾਰਾ ਦਿਨ ਹੀ ਭੱਜਦਾ ਸੀ ਮੈਂ। 100 ਦਿਨ ਕੁਛ ਨਹੀਂ ਚਲਾਇਆ ਹੈਗਾ, ਤੁਰੇ ਰਹਿਣਾ। ਤੁਰੇ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ 3 ਵਜੇ ਸ਼ੁਰੂ ਹੋਇਆ। ਪਹਿਲਾਂ 21 ਜਾਂ 25 ਕਿਲੋਮੀਟਰ ਪਹਿਲਾਂ ਖ਼ਤਮ ਕੀਤਾ। ਉਸ ਤੋਂ ਬਾਅਦ ਫਿਰ ਮੈਂ PAU ਦੇ ਅੰਦਰ ਚਲਾ ਗਿਆ। ਫਿਰ ਮੈਂ 9:30 ਵਜੇ ਖ਼ਤਮ ਕਰਕੇ ਘਰ ਆਇਆ। ਫਟਾਫਟ ਮੈਂ ਤਿਆਰ ਹੋਇਆ। ਤਿਆਰ ਹੋ ਕੇ ਜੋ ਬ੍ਰੇਕਫਾਸਟ ਕੀਤਾ, ਮੈਂ ਪੈਦਲ ਹੀ ਆਪਣੇ ਆਫਿਸ ਨੂੰ, ਇੱਧਰੋਂ ਕਾਲਜ ਰੋਡ ਤੋਂ ਮਾਲ ਰੋਡ ਤੋਂ ਮੈਂ ਆਫਿਸ ਆ ਕੇ 5 ਕਿਲੋਮੀਟਰ ਲਾ ਦੇਣਾ। ਫਿਰ ਦੁਪਹਿਰੇ ਜਦੋਂ ਮੈਂ ਲੰਚ 'ਤੇ ਆਉਣਾ, ਫਿਰ ਪੈਦਲ ਵਾਪਸ, ਫਿਰ ਪੈਦਲ। ਫਿਰ ਰਾਤੀ ਜਦੋਂ ਮੈਂ ਸ਼ਾਮ ਨੂੰ ਕਲੋਜ਼ 6-7 ਵਜੇ ਆਫਿਸ ਤੋਂ ਕਲੋਜ਼ ਕਰਨਾ, ਫਿਰ ਮੈਂ ਉੱਥੋਂ ਪੈਦਲ ਸਿੱਧਾ PAU। ਫਿਰ ਰਾਤ ਦੇ 10 ਵਜਣੇ, 11 ਵਜਣੇ। ਮੈਂ ਦਿਨ ਦੇ ਵਿੱਚ 63 ਕਿਲੋਮੀਟਰ ਭੱਜਦਾ ਸੀ। ਐਂਡ ਡੇਜ਼ ਦੇ ਵਿੱਚ ਮੈਂ 102 ਕਿਲੋਮੀਟਰ ਵੀ ਭੱਜਿਆ ਇੱਕ ਦਿਨ ਦੇ ਵਿੱਚ, ਜਿਹੜਾ ਕਿ ਮੇਰਾ ਵਰਲਡ ਰਿਕਾਰਡ ਹੈ। ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤੀ ਸੀਗੀ ਤਾਂ ਉਦੋਂ ਮੈਂ ਨਾਰਮਲ ਭੱਜਦਾ ਸੀ। ਇੱਕ ਨਾ ਇਹ ਜਦੋਂ ਤੁਸੀਂ ਭੱਜਦੇ ਹੈਗੇ ਹੋ, ਇਹਦੇ 'ਚ ਇੱਕ ਲੀਡਰ ਬੋਰਡ ਤਿਆਰ ਹੁੰਦਾ, ਜਿਹਦੇ 'ਚ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਤੁਹਾਡਾ ਰੈਂਕ ਇੰਡੀਆ ਦੇ ਵਿੱਚ ਕਿੰਨਵੇਂ ਨੰਬਰ 'ਤੇ ਹੈ। ਜਦੋਂ ਮੈਂ 10-15 ਦਿਨਾਂ ਬਾਅਦ ਦੇਖਿਆ ਤਾਂ ਮੈਂ ਪਹਿਲੇ 100s ਦੇ ਵਿੱਚ ਸੀ। ਫਿਰ ਮੈਂ ਕਿਹਾ ਯਾਰ ਇਹਦੇ 'ਚ ਹੁਣ ਥੋੜ੍ਹਾ ਜਿਹਾ ਜ਼ੋਰ ਮਾਰ, ਸ਼ਾਇਦ ਤੂੰ ਨਿਕਲ ਜਾਵੇਂ। ਫਿਰ ਮੈਂ ਹੌਲੀ ਕਰਨਾ ਸ਼ੁਰੂ ਕੀਤਾ। ਨਿਕਲਦੇ ਮੈਂ ਫਿਰ ਜਦੋਂ 50 ਡੇਜ਼ ਕਵਰ ਕੀਤਾ ਤਾਂ ਮੈਂ ਪਹਿਲੇ 10 'ਚ ਆ ਗਿਆ। ਬਸ ਫਿਰ ਮੈਂ ਚੱਲਦਾ ਗਿਆ। ਫਿਰ ਮੇਰੀ ਜਿਹੜੀ ਸਪੋਰਟ ਸਿਸਟਮ ਨਾਲ ਸੀਗਾ, ਜਿਹੜੇ ਮੈਂ ਪਹਿਲਾਂ ਨਾਮ ਲਏ ਆ, ਬਿਨਾਂ ਸਪੋਰਟਸ ਤੋਂ ਤੁਸੀਂ ਨਹੀਂ ਚੱਲਦੇ। ਇੱਕ ਤਾਂ ਰੱਬ ਨੇ ਬਹੁਤ ਵੱਡੀ ਮੇਰੇ 'ਤੇ ਮਿਹਰ ਰੱਖੀ। ਮੇਰੇ ਘਰ ਫੈਮਿਲੀ ਦੀ ਬਹੁਤ ਵੱਡੀ ਸਪੋਰਟ ਸੀ ਅਤੇ ਮੇਰੇ ਯਾਰਾਂ ਦੋਸਤਾਂ ਦੀ ਸਪੋਰਟ ਸੀਗੀ। ਅਤੇ ਫਿਰ ਮੈਂ 100 ਦਿਨ ਬਾਅਦ 6333 ਕਿਲੋਮੀਟਰ ਕਰਕੇ ਮੇਰਾ ਉਹ ਵਰਲਡ ਰਿਕਾਰਡ ਹੈਗਾ ਉਹ ਬਣਾਇਆ। ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਇੱਥੇ ਮੈਂ ਦਿਖਾ ਵੀ ਸਕਦਾ। 1 ਬਾਏ 1 ਸਭ ਮੈਂ ਦੇਖਣਾ ਵੀ ਚਾਹੁੰਦਾ, ਕਿਉਂਕਿ ਬਹੁਤ ਸਾਰੀਆਂ ਸ਼ੀਲਡਸ ਵੀ ਨੇ, ਬਹੁਤ ਸਾਰੇ ਮੈਡਲ ਵੀ ਨੇ। ਤਾਂ 1 ਬਾਏ 1 ਦੱਸੋਗੇ ਕਿਹੜੀ ਚੀਜ਼ ਕਿੱਦਾਂ ਜਿਹੜੀ ਰਹੀ? ਉੱਧਰਲੇ ਪਾਸੇ ਮੈਂ ਤੁਹਾਨੂੰ ਪਹਿਲਾਂ ਪ੍ਰੋ ਕੈਂਪ 'ਤੇ ਆਉਣਾ, ਜਿਹੜਾ ਮੈਂ ਤੁਹਾਨੂੰ ਕਿਹਾ ਹੈਗਾ ਕਿ ਤੁਸੀਂ 4 ਸਿਟੀਜ਼ ਦੇ ਵਿੱਚ ਚੱਲ ਕੇ ਪ੍ਰੋ ਕੈਂਪ ਕਰਦੇ ਹੈਗੇ ਹੋ। ਉਹ ਪ੍ਰੋਗਰਾਮ ਮੈਂ ਕੀਤਾ ਹੈਗਾ। ਉਹ ਜਿਹੜਾ ਪ੍ਰੋ ਕੈਂਪ ਦਾ ਮੇਰਾ ਟਾਈਟਲ ਹੈਗਾ, ਇਹਦੇ ਵਿੱਚ ਤੁਸੀਂ ਕੀ ਕਰਦੇ ਹੈਗੇ ਹੋ ਕਿ ਦਿੱਲੀ, ਬੰਬੇ, ਬੈਂਗਲੋਰ ਅਤੇ ਕੈਲਕਟਾ, ਇਹ ਤੁਸੀਂ 4 ਜਗ੍ਹਾ 'ਤੇ ਭੱਜਦੇ ਹੈਗੇ ਹੋ। ਇਹਦੇ ਨਾਲ ਮੈਨੂੰ ਫਿਰ ਇਹਦੇ ਉਹ ਆਇਆ, ਮੈਡਲ ਆਏ। ਮੇਰੇ ਇਸ ਸਾਈਡ 'ਤੇ ਮੈਂ ਤੁਹਾਨੂੰ ਦਿਖਾਊਂਗਾ। ਇਹ ਮੇਰਾ ਪ੍ਰੋਗਰਾਮ ਦਾ ਉਹਦਾ ਬਣ ਕੇ ਉਹਦੇ ਪ੍ਰੋ ਕੈਂਪਸ ਹੈ, ਉਹ ਪੂਰੇ ਦਾ ਪੂਰਾ ਬਣ ਕੇ ਆਇਆ। ਨਾਲ ਹਰ ਮੈਡਲ ਦੇ ਨਾਲ ਜਗ੍ਹਾ ਦੱਸੀ ਹੋਈ ਹੈ ਅਤੇ ਹਰ ਮੈਡਲ ਦੇ ਨਾਲ ਉਹ ਲਿਖਿਆ ਹੋਇਆ ਹੈਗਾ ਕਿ ਤੁਸੀਂ ਕਿੰਨੇ ਕਿਲੋਮੀਟਰ ਭੱਜੇ ਹੈਗੇ ਹੋ। ਇਹ ਮੇਰਾ ਉਹ ਵਾਲਾ ਹੈ ਪ੍ਰੋ ਕੈਂਪ ਜਿਹੜਾ ਮੈਂ ਪੂਰਾ ਕੀਤਾ। ਅੱਛਾ, ਇੰਨੇ ਕਿਲੋਮੀਟਰ ਭੱਜਦੇ ਸੀਗੇ, ਥਕਾਵਟ ਨਹੀਂ ਹੁੰਦੀ ਸੀਗੀ? ਜਿਵੇਂ ਕਈਆਂ ਦੇ ਤਾਂ ਪੱਟ ਹੀ ਫੁੱਲ ਜਾਂਦੇ ਨੇ ਅੱਜ ਕੱਲ੍ਹ ਦੇ, ਹੁਣ ਤਾਂ ਪੱਟ ਫੁੱਲ ਜਾਂਦੇ, ਪੈ ਜਾਂਦੇ ਆਰਾਮ ਨਾਲ। ਹੁੰਦੀ ਸੀਗੀ ਜਦੋਂ ਉਹ ਮਹੀਨਿਆਂ ਦੇ ਵਿੱਚ ਮੈਂ ਭੱਜਿਆ ਹੈਗਾ, ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਜੂਨ ਜੁਲਾਈ ਦੇ ਵਿੱਚ। ਮੈਂ ਕੀ ਕਰਦਾ ਹੁੰਦਾ ਸੀ, PAU 'ਚ ਉੱਧਰ ਬਰਸਾਤ ਹੁੰਦੀ ਸੀ, ਉੱਧਰੋਂ ਮੈਂ ਭੱਜ ਹੁੰਦਾ ਸੀ। ਤੁਸੀਂ ਅਗਰ ਉਸ ਟਾਈਮ ਦੀਆਂ ਮੈਂ ਫੋਟੋਆਂ ਨਹੀਂ ਖਿੱਚ ਸਕਿਆ, ਮੇਰੇ ਪੈਰ ਗਲ ਗਏ ਸੀ ਸਾਰੇ ਮੇਰੇ। ਟ੍ਰੀਟ ਕਿੱਦਾਂ ਕਰਦੇ ਸੀ ਉਸ ਚੀਜ਼? ਕਰਦਾ ਸੀ, ਮੇਰੇ ਦੋਸਤ ਨੇ ਡਾਕਟਰ ਗੁਰਮੀਤ ਸਿੰਘ, ਉਹ ਓਮਨ ਹਸਪੀਟਲ ਦੇ ਮਾਲਕ ਨੇ। ਮੈਂ ਕੀ ਕਰਦਾ ਸੀ, ਉੱਧਰੋਂ ਭੱਜ ਕੇ ਆਉਂਦਾ ਸੀ, ਮੇਰਾ ਪੈਰ ਗਲਿਆ ਹੁੰਦਾ ਸੀ। ਜਿੱਦਾਂ ਤੁਸੀਂ ਗੱਡੀ ਦੀ ਸਰਵਿਸ ਨਹੀਂ ਕਰਦੇ, ਉੱਦਾਂ ਮੇਰੀ ਸਰਵਿਸ ਹੁੰਦੀ ਸੀ। ਮੈਂ ਰਾਤ ਨੂੰ ਭੱਜ ਕੇ ਆਉਣਾ, ਡਾਕਟਰ ਸਾਹਿਬ ਦੇਖੋ। ਉਹਨਾਂ ਨੇ ਕੀ ਕਰਨਾ, ਮੇਰੇ ਪੈਰ ਥੱਲੋਂ ਗਲੇ, ਉਹਨਾਂ ਨੇ ਉੱਥੇ ਉਹਨੂੰ ਠੀਕ ਕਰਨਾ, ਉਹਦੇ 'ਤੇ ਕੋਈ ਦਵਾਈ ਲਗਾਉਣੀ, ਮੈਨੂੰ ਕੋਈ ਐਂਟੀਬਾਇਓਟਿਕ ਦੇਣੀ, ਮੈਨੂੰ ਇੰਜੈਕਸ਼ਨ ਲਾਉਣਾ, ਸਵੇਰ ਲਈ ਫਿਰ ਖੜਾ ਕਰ ਦੇਣਾ। ਮੇਰੇ ਅੰਗੂਠੇ ਦੇ ਨਹੁੰ ਸਾਰੇ ਕਈ ਨਹੁੰ ਉਖੜ ਗਏ ਸੀਗੇ। ਉਹ ਕਰਨ ਤੋਂ ਬਾਅਦ ਜਿਸ ਟਾਈਮ ਦੇ ਉੱਤੇ ਲਗਾਤਾਰ ਮੈਂ ਉਹ ਚੀਜ਼ਾਂ ਡਾਕਟਰ ਸਾਹਿਬ ਕੋਲ ਡੇਲੀ ਜਾਣਾ, ਇੱਕ ਸਟੇਜ ਦੇ ਉੱਤੇ ਤਾਂ ਐਸਾ ਹੋ ਗਿਆ ਕਿ ਯੂਰਨ ਦੇ ਵਿੱਚੋਂ ਬਲੱਡ ਆਉਣ ਲੱਗ ਪਿਆ। ਮੈਂ ਡਾਕਟਰ ਸਾਹਿਬ ਕੋਲ ਗਿਆ। ਡਾਕਟਰ ਸਾਹਿਬ ਦੀ ਇੱਕ ਤਾਰੀਫ ਹੈਗੀ ਆ, ਉਹ ਦਲੇਰੀ ਬੜੀ ਰੱਖਦੇ ਆ, ਦਲੇਰੀ ਵੀ ਦਿੰਦੇ, ਕਹਿੰਦੇ ਪਰਵਾਹ ਨਾ ਕਰ, ਤੂੰ ਐਂ ਕਰ, ਤੂੰ ਮੈਡੀਸਨ ਖਾ, ਕੋਈ ਗੱਲ ਨਹੀਂ, ਪਾਣੀ ਪੀ, ਠੀਕ ਹੈ। ਫਿਰ ਚੱਲ ਪਿਆ, ਕਿਉਂਕਿ ਉਦੋਂ ਦਿਨ ਵੀ ਸੀ, ਮੈਨੂੰ ਲੱਗਦਾ 85 ਦਿਨ ਹੋ ਗਏ ਸੀਗੇ। ਮੈਂ ਕਿਹਾ ਡਾਕਟਰ ਸਾਹਿਬ ਦਿਨ ਰਹਿ ਗਏ 15, ਹੁਣ ਜਿੱਦਾਂ ਮਰਜ਼ੀ ਆ, ਹੁਣ ਮੇਰੇ ਪੈਰ ਗਲ ਗਏ ਆ, ਜੋ ਮਰਜ਼ੀ ਹੋ ਗਿਆ, ਹੁਣ ਤੁਸੀਂ ਦੇਖੋ ਕੀ ਕਰਨਾ। ਮੈਂ 100 ਦਿਨ ਪੂਰੇ ਕਰਨੇ ਆ, ਬਸ ਉਹ ਬਾਬੇ ਦੀ ਕਿਰਪਾ ਨਾਲ 100 ਦਿਨ ਪੂਰੇ ਹੋ ਗਏ। ਸਪਰੇ ਕੈਂਪ ਤੋਂ ਬਾਅਦ ਜਦੋਂ ਮੈਂ 100 ਡੇਜ਼ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂ, ਮੈਨੂੰ 100 ਦਿਨ ਦਾ ਮੇਰਾ ਜਿਹੜਾ ਵਰਲਡ ਰਿਕਾਰਡ ਦਾ ਮੇਰੇ ਸਰਟੀਫਿਕੇਟਸ ਹੈ। ਇਹ ਤੁਸੀਂ ਇੱਥੇ ਨੂੰ ਨੇੜੇ ਕਰੋਗੇ ਅਤੇ ਦੇਖੋ, ਰੈਂਕ 1 ਰਜਨੀਸ਼ ਸ਼ਰਮਾ। ਸਾਰੇ ਦੇ ਸਾਰੇ 10 ਬੰਦਿਆਂ ਦੇ ਰੈਂਕ ਹੈ।
ਜਿਹਦੇ 'ਚ ਪਹਿਲੇ ਨੰਬਰ ਤੇ ਮੈਂ ਆ। ਫਿਰ ਉੱਥੋਂ ਮੈਂ 6333 ਕਿਲੋਮੀਟਰ ਯੈਸ ਆ ਉਹਨਾਂ ਤੋਂ ਇਹ ਟਰੋਫੀ ਆਈ ਪਹਿਲੇ ਨੰਬਰ ਦੇ ਉੱਤੇ। ਆਹ ਸਰਟੀਫਿਕੇਟ ਆ ਜਿਹਦੇ ਉੱਤੇ ਲਿਖਿਆ ਹੋਇਆ ਕਿ ਇਹਦਾ ਰੈਂਕ 1 ਹੈ। ਫਿਰ ਮੈਨੂੰ ਜਦੋਂ ਮੈਂ ਇਹ ਕੀਤਾ ਫਿਰ ਮੈਨੂੰ ਡਿਸਟ੍ਰਿਕਟ ਲੁਧਿਆਣਾ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਫਿਰ ਸਨਮਾਨਿਤ ਕੀਤਾ। ਉਹ ਮੈਨੂੰ ਡਿਸਟ੍ਰਿਕਟ ਅਵਾਰਡ ਮਿਲਿਆ। ਅਗਰ ਤੁਸੀਂ ਆਹ ਦੇਖੋਗੇ, ਆਹ ਦੇਖੋ ਇਹ ਡਿਸਟ੍ਰਿਕਟ ਅਵਾਰਡ DC ਸਾਡੇ ਬਰਿੰਦਰ ਸ਼ਰਮਾ ਜੀ ਅਤੇ ਕਟਾਰੀਆ ਜੀ ਇਹ ਸਾਡੇ ਮਿਨਿਸਟਰ ਸੀਗੇ, ਅਤੇ ਇਹ CP ਸਾਹਿਬ ਪਿੱਛੇ ਖੜ੍ਹੇ ਆ। ਮੈਂ ਲੈ ਰਿਹਾ, ਉਦੋਂ ਕੋਵਿਡ ਦਾ ਸੀ ਅਤੇ ਸਾਰੇ ਮਾਸਕ ਪਾ ਕੇ ਚੱਲਦੇ ਸੀਗੇ। ਇਹ ਉਸ ਟਾਈਮ 'ਤੇ ਮੈਨੂੰ ਡਿਸਟ੍ਰਿਕਟ ਅਵਾਰਡ ਮਿਲਿਆ ਸੀਗਾ। ਇਹ ਮੇਰੀ ਰਨਿੰਗ ਦੀ ਜਿਹੜੀ ਮੇਰੀ ਇਹ ਰਨਿੰਗ ਵਾਲਾ ਪਾਰਟ ਹੈ ਕਿ ਜੋ ਮੈਂ ਕੀਤਾ ਹੈਗਾ। ਇਸ ਤੋਂ ਇਲਾਵਾ ਵੀ ਮੈਂ ਸੁਣਿਆ ਵੀ ਸਾਈਕਲਿੰਗ ਵੀ ਕਰਦੇ ਰਹੇ, ਹੋਰ ਵੀ ਬਹੁਤ ਕੁਛ ਕਰਦੇ ਰਹੇ, ਹੋਰ ਕਿਹੜੇ ਸ਼ੌਂਕ ਸੀ? ਮੈਂ ਤੁਹਾਨੂੰ ਦੱਸਦਾ, ਮੇਰਾ ਸਾਈਕਲਿੰਗ ਇਸ ਤਰ੍ਹਾਂ ਸੀ, ਮੈਂ ਥੋੜ੍ਹਾ ਬਹੁਤਾ ਸਾਈਕਲਿੰਗ ਕਰਦਾ ਹੁੰਦਾ ਸੀ ਕਿ 2 ਕਿਲੋਮੀਟਰ 5 ਕਿਲੋਮੀਟਰ। ਮੈਂ ਜਿੱਥੇ ਹੁਣ ਰਹਿ ਰਿਹਾ, ਮੇਰਾ ਦੋਸਤ ਹੈ ਪਵਨ ਪਾਂਡੇ, ਉਹਨਾਂ ਦਾ ਬੇਟਾ ਹੈ ਮਨੀ ਪਾਂਡੇ, ਆਪਣਾ ਤਾਂ ਬੱਚਾ ਹੀ ਹੈਗਾ। ਉਹ ਮੈਨੂੰ ਕਹਿਣਾ ਅੰਕਲ ਆਓ ਚੱਲੀਏ ਆਪਾਂ ਸਾਈਕਲਿੰਗ ਕਰਕੇ ਆਈਏ। ਮੈਨੂੰ ਹੌਲੀ ਹੌਲੀ ਉਹਨੇ ਸ਼ੌਂਕ ਪਾਤਾ। ਮੈਂ 5 ਤੋਂ 10 10 ਤੋਂ 15 ਬੜਾ ਨੋਰਮਲ ਜੇ ਸਾਈਕਲ ਦੇ ਉੱਤੇ। ਫਿਰ ਮੈਨੂੰ ਯਾਦ ਹੈ ਕਿ ਇੱਕ ਵਾਰ ਉਹ ਮੈਨੂੰ ਨਾ ਖਿੱਚ ਕੇ ਰਾਏਕੋਟ ਲੈ ਗਿਆ। ਰਾਏਕੋਟ ਅਪ ਡਾਊਨ 90 ਕਿਲੋਮੀਟਰ ਹੈ। ਉਹ ਤੋਂ ਬਾਅਦ ਬਸ ਫਿਰ ਇੱਦਾਂ ਦੀ ਹੋਈ ਕਿ ਫਿਰ ਮੈਂ ਸਾਈਕਲਿੰਗ ਕਰਨੀ ਸ਼ੁਰੂ ਕਰਤੀ। ਮੈਂ ਆਪਣਾ ਸਾਈਕਲ ਲੈ ਲਿਆ। ਲੈਣ ਤੋਂ ਬਾਅਦ ਫਿਰ ਕੀ ਦੂਸਰਾ ਸਾਈਕਲ ਲਿਆ, ਰੋਡੀ ਜਿਹਨੂੰ ਕਹਿੰਦੇ ਹੈਗੇ। ਮੇਰੇ ਕੋਲ ਦੋਨੋਂ ਹੀ ਆ, MTB ਵੀ ਆ, ਰੋਡੀ ਵੀ ਆ। ਫਿਰ ਮੈਂ 200 ਕਿਲੋਮੀਟਰ। ਫਰਕ ਕੀ ਇਹਨਾਂ ਦੋਨਾਂ ਚੀਜ਼ਾਂ ਦੇ? MTB ਹੁੰਦਾ ਮਾਊਂਟੇਨ ਬਾਈਕ, ਉਹਦੇ 'ਚ ਕੀ ਹੁੰਦਾ, ਟਾਇਰ ਥੋੜ੍ਹਾ ਮੋਟਾ ਹੁੰਦਾ ਹੈਗਾ ਅਤੇ ਜਿਹੜਾ ਉੱਪਰ ਤੁਹਾਡਾ ਹੈਂਡਲ ਹੈ ਉਹ ਸਟ੍ਰੇਟ ਹੁੰਦਾ। ਜਿਹੜਾ ਰੋਡੀ ਹੈਗਾ ਉਹ ਪਤਲੇ ਟਾਇਰਾਂ ਦਾ। ਜਦੋਂ ਤੁਸੀਂ ਲੰਬਾ ਚੱਲਦੇ ਹੋ ਤਾਂ ਤੁਹਾਨੂੰ ਫਾਸਟ ਚੱਲਣਾ ਪੈਂਦਾ। ਰੋਡੀ ਸਾਈਕਲ ਹੈਗਾ ਜਿਹੜਾ ਉਹ ਫਾਸਟ ਚੱਲਦਾ ਹੈਗਾ। ਅਤੇ ਜਿਸ ਟਾਈਮ ਦੇ ਉੱਤੇ ਫਿਰ ਮੈਂ ਸਾਈਕਲਿੰਗ ਦੇ ਵਿੱਚ ਆਇਆ, ਅਤੇ ਸਾਈਕਲਿੰਗ ਦੇ ਵਿੱਚ ਮੈਂ 4 ਟਾਈਮ ਦਾ SR ਹੈ। 4 ਟਾਈਮ ਦਾ SR ਕਿਸ ਨੂੰ ਬੋਲਦੇ ਆ? 1500 ਕਿਲੋਮੀਟਰ ਕਿਸ ਤਰ੍ਹਾਂ? 200 300 400 ਅਤੇ 600। ਜਦੋਂ ਤੁਸੀਂ ਇਹ 4 ਇਵੈਂਟ ਲਾਉਂਦੇ ਹੋ ਤਾਂ ਉਹ ਤੁਹਾਡੇ ਕੋਲ ਪੂਰੀ ਇੱਕ SR ਬਣਦੀ ਹੈ ਸੁਪਰ ਐਨਮ। ਮੈਂ 4 ਟਾਈਮ ਦਾ ਹੈਗਾ। 600 ਦਾ ਮਤਲਬ ਕਿ 615 ਕਿਲੋਮੀਟਰ ਮੇਰੀ ਲੌਂਗੈਸਟ ਰਾਈਟ ਹੈ, ਜਿਹੜੀ ਕਿ ਇੱਥੋਂ ਦਿੱਲੀ ਆਉਣ ਜਾਣ ਹੋ ਜਾਂਦਾ ਹੈਗਾ। ਅਗਰ ਤੁਸੀਂ ਹੁਣ ਮੈਂ ਕੈਮਰਾ ਤੁਸੀਂ ਇੱਥੋਂ ਘੁਮਾਓਗੇ ਤਾਂ ਮੇਰਾ ਉੱਧਰਲੇ ਪਾਸੇ ਸਾਈਕਲਿੰਗ ਦੇ ਜਿਹੜੇ ਹੈਗੇ ਆ ਉਹ ਵੀ ਹੈਗੇ ਆ। ਮੈਂ 17 ਬਰੇਵੇ ਲਾ ਚੁੱਕਾ ਹੋਇਆ, ਜਿਹਦੇ 'ਚੋਂ 4 SR ਹੈ। 4 ਵਾਰ ਦਾ SR ਹੈ। ਆਹ ਮੇਰੀ ਇੱਕ ਵਾਰ ਮੈਂ ਜਿਹੜੀ ਲਾ ਰਿਹਾ ਸੀ ਇੱਥੇ ਕਿ ਜਿੰਨੇ ਮੈਡਲ ਹੈ ਹੋਰ ਮੇਰੇ ਹੋਰ ਵੀ ਪਏ ਹੈਗੇ ਆ। ਹੋਰ ਇਸ ਤੋਂ ਇਲਾਵਾ ਹੋਰ ਵੀ? ਹਾਂ ਇਹਦੇ ਹੋਰ ਪਏ ਹੈਗੇ ਆ। ਤੁਸੀਂ ਥੱਲੇ ਜਾ ਕੇ ਦੇਖੋਗੇ 85 90 ਮੈਡਲ ਮੇਰੇ ਉਹਦੇ ਹੈਗੇ ਆ, ਰਨਿੰਗ ਦੇ ਹੈਗੇ ਆ। 85 90 ਮੈਡਲ ਉਹ ਥੱਲੇ ਤੁਸੀਂ ਦੇਖੋਗੇ। ਆਹ ਮੇਰੀ ਉਹਦੀ ਹੈ ਸਾਈਕਲਿੰਗ ਦੀ। ਉਹ ਉੱਪਰ ਅਚੀਵਮੈਂਟ ਇਨ ਸਾਈਕਲਿੰਗ ਮੇਰੇ ਸਰਟੀਫਿਕੇਟਸ ਹੈਗੇ ਆ ਨਾਲ ਜਿਹੜੇ ਹੈਗੇ ਆ। ਆਹ ਜਿੱਥੇ ਵੀ ਜਿਹੜੀਆਂ ਮੇਰੀ ਜਿੱਥੇ ਜਿੱਥੇ ਮੈਨੂੰ ਸਨਮਾਨਿਤ ਕੀਤਾ ਉਹਨਾਂ ਨੇ, ਆਹ ਅਵਾਰਡਸ ਨੇ ਜਿੱਥੇ ਜਿੱਥੇ ਮੈਂ ਹੈਗਾ ਰਿਹਾ। ਅਤੇ ਹਾਂ, ਅਤੇ ਆਹ ਜਿਹੜੀਆਂ ਅਖਬਾਰਾਂ ਦੀ ਮੇਰੀ ਕਟਿੰਗ ਹੈ, ਇਹ ਮੈਂ ਤੁਹਾਨੂੰ ਜਿੰਨੇ ਮੇਰੇ ਤੁਸੀਂ ਇਹਨੂੰ ਵਿਊਮ ਕਰੋਗੇ ਤਾਂ ਇੱਥੇ ਤੁਹਾਨੂੰ ਦਿਖੂਗਾ ਕਿ ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈਗਾ। ਜਦੋਂ ਮੈਂ 100 ਡੇਜ਼ ਦੇ ਵਿੱਚ ਆਹ ਕੱਟ ਆਈ ਹੋਈ ਹੈ, ਆਹ ਦੇਖੋ CNA ਚੈਲੰਜ। ਜਦੋਂ ਕਦੇ ਇਹ ਗੱਲ ਤੁਰਦੀ ਹੈ ਸਾਈਕਲਿੰਗ ਦੀ, ਰਨਿੰਗ ਦੀਆਂ, ਕੁਛ ਵੀ ਇੱਦਾਂ ਦਾ ਤੁਰਦਾ ਆ, ਗੱਲਾਂ ਤੁਰਦੀਆਂ ਵੀ ਯਾਰ ਰਿਕਾਰਡ ਬਣਾਇਆ ਸੀਗਾ ਇਸ ਵੇਲੇ ਨਾ, ਤਾਂ ਅੱਜ ਤੋਂ 10 ਸਾਲਾਂ ਬਾਅਦ 20 ਸਾਲਾਂ ਬਾਅਦ ਜਦੋਂ ਗੱਲ ਤੁਰੂਗੀ ਤਾਂ ਕਿੱਦਾਂ ਮਹਿਸੂਸ ਹੁੰਦਾ ਵੀ ਹਾਂ ਇਹ ਗੱਲ ਬਹੁਤ ਅੱਛਾ ਲੱਗਦਾ ਹੈਗਾ। ਕਿਉਂਕਿ ਮੈਨੂੰ ਲੱਗਦਾ ਜੇ ਬਾਬੇ ਦੀ ਕਿਰਪਾ ਰਹੀ ਤਾਂ 8-10 ਸਾਲ ਬਾਅਦ ਵੀ ਜੇ ਕਿਰਪਾ ਰਹੀ ਤਾਂ ਅਸੀਂ ਕਰਦੇ ਰਹਾਂਗੇ, ਕਿਉਂਕਿ ਇਹ ਪੈਸ਼ਨ ਹੈ। ਇਸ ਰਨਿੰਗ ਔਰ ਸਾਈਕਲਿੰਗ ਤੋਂ ਬਿਨਾਂ ਮੈਨੂੰ ਲੱਗਦਾ ਅਸੀਂ ਰਹਿ ਨਹੀਂ ਸਕਦੇ ਹੈਗੇ। ਜਿਹੜੀ ਸਾਡੀ ਸਾਰੀ ਟੀਮ ਹੈਗੀ ਆ, ਸਾਰੀ ਟੀਮ ਨੇ ਜੇ 100 ਡੇਜ਼ ਦੇ ਵਿੱਚ ਵੀ ਜਿਹੜੀ ਅਗਰ ਮੈਂ ਕਰ ਪਾਇਆ ਹੈਗਾ ਉਹ ਅਚੀਵਮੈਂਟ, ਤਾਂ ਮੇਰੀ ਸਾਰੀ ਟੀਮ ਦੀ ਐਫਰਟ ਸੀਗੀ। ਜਿਹੜੀ ਮੈਂ ਟੀਮ ਤੁਹਾਨੂੰ ਪਹਿਲਾਂ ਦੱਸੀ ਹੈਗੀ ਆ, ਪੁੰਨੀ ਭਾਜੀ ਹੋ ਗਏ, ਅਸ਼ੋਕ ਮਲਹੋਤਰਾ ਜੀ ਹੋ ਗਏ, ਡਾਕਟਰ ਘੁੰਮਣ ਹੋ ਗਏ, ਹੋਰ ਮੈਂ ਲੁਧਿਆਣਾ ਰਨਰ ਸਾਡਾ ਇੱਥੇ ਦਾ ਗਰੁੱਪ ਹੈ, ਮੈਂ ਉਹਦਾ ਵੀ ਪਾਰਟ ਹਾਂ ਇੱਕ। ਅਸੀਂ ਪਿੱਛੇ ਜੇ 10K ਕਰਾਈ ਹੈਗੀ, ਆਪ ਔਰਗਨਾਈਜ਼ਰ ਸੀਗੇ। ਇਹ ਸਾਰਿਆਂ ਨੇ ਤੁਸੀਂ ਦੇਖੋ, ਤੁਹਾਡੀ ਫੈਮਿਲੀ, ਤੁਹਾਡੇ ਫਰੈਂਡਸ ਅਤੇ ਔਰ ਬਾਬੇ ਦੀ ਕਿਰਪਾ ਤੋਂ ਬਿਨਾਂ ਤੁਸੀਂ ਕਰ ਹੀ ਨਹੀਂ ਸਕਦੇ। ਇਹ ਸਾਰਿਆਂ ਦਾ ਸਾਥ ਸੀਗਾ, ਮੈਂ ਕਰਦਾ ਗਿਆ, ਬਸ ਪਹੁੰਚ ਗਿਆ ਇੱਥੇ ਤੱਕ। ਅੱਛਾ, ਜਿਵੇਂ ਹੁਣ ਕਦੇ ਇੱਦਾਂ ਨਹੀਂ ਹੋਇਆ ਹੈਗਾ ਵੀ ਇੱਕ ਪਾਸੇ ਤੁਸੀਂ ਚਾਰਟਰਡ ਅਕਾਊਂਟੈਂਟ ਹੋ ਨਾ, ਆਪਣਾ ਕੰਮ ਜਿਹੜਾ ਉਹ ਵੀ ਸਾਂਭਣਾ ਆ, ਸਾਈਕਲਿੰਗ ਵੀ ਕਰੀ ਜਾਂਦੇ ਹੋ, ਨਾਲ ਦੀ ਰਨਿੰਗ ਵੀ ਕਰੀ ਜਾਂਦੇ ਹੋ, ਇਸ ਤੋਂ ਇਲਾਵਾ ਹੋਰ ਵੀ ਕੋਈ ਸ਼ੌਂਕ ਤਾਂ ਨਹੀਂ ਰੱਖਿਆ ਹੋਇਆ ਕੋਈ ਹੋਰ ਨਹੀਂ, ਕਿਉਂਕਿ ਮੈਂ ਟੋਟਲੀ ਵੈਜੀਟੇਰੀਅਨ ਹੈ, ਟੀਟੋਟਲਰ ਹੈ। ਮੈਂ ਤਾਂ ਚਾਹ ਵੀ ਨਹੀਂ ਪੀਂਦਾ ਹੈਗਾ। ਮੈਨੂੰ ਸ਼ੌਂਕ ਹੀ ਸਿਰਫ ਇਹ ਹੈ। ਜੇ ਕਈ ਵਾਰ ਇਹ ਕਹਿੰਦੇ ਹੈਗੇ ਕਿ ਯਾਰ ਤੇਰਾ ਕੰਮ ਤਾਂ ਨਹੀਂ ਸਫਰ ਹੁੰਦਾ ਨਾ, ਇਹ ਚੀਜ਼ਾਂ ਮੈਨੂੰ ਕੰਮ 'ਚ ਸਪੋਰਟ ਕਰਦੀਆਂ। ਮੈਂ ਐਕਟਿਵ ਰਹਿੰਦਾ ਹੈਗਾ, ਮੋਟੀਵੇਟ ਕਰਦੀਆਂ ਹੈਗੀਆਂ। ਮੈਂ ਜਦੋਂ ਵਰਲਡ ਰਿਕਾਰਡ ਬਣਾਇਆ, ਮੈਂ ਆਫਿਸ ਵੀ ਮੈਂ ਪੂਰਾ ਆਪਣਾ ਚਲਾਇਆ ਹੈਗਾ, ਔਰ ਮੈਂ ਇਹ ਵੀ ਕਰਦਾ ਰਿਹਾ ਹੈਗਾ। ਇਹਦੇ 'ਚ ਫਰਕ ਨਹੀਂ ਪੈਂਦਾ, ਬਸ ਮੈਂ ਟਾਈਮ ਹੀ ਉਹ ਦੇ ਰਿਹਾ ਹੈਗਾ ਜਦੋਂ ਸਾਰੇ ਸੁੱਤੇ ਪੈਂਦੇ ਹੁੰਦੇ। ਮੈਂ ਸਵੇਰ ਦਾ ਦੇ ਰਿਹਾ ਟਾਈਮ। ਮੈਂ ਸਵੇਰੇ ਹੀ ਰਨਿੰਗ ਕਰਦਾ, ਸਵੇਰੇ ਹੀ ਸਾਈਕਲਿੰਗ ਕਰਦਾ। ਜਦੋਂ ਤੁਸੀਂ ਕੋਈ ਬਰੇਵੇ ਲਗਾਉਣ ਜਾਣਾ ਹੈਗਾ, ਉਦੋਂ ਤੁਹਾਨੂੰ 1-2 ਦਿਨ ਚਾਹੀਦੇ ਹੁੰਦੇ ਆ। ਉਦੋਂ ਪੂਰੀ ਟੀਮ ਹੁੰਦੀ ਆ ਨਾਲ, ਘਰਦਿਆਂ ਦੀ ਸਪੋਰਟ ਹੁੰਦੀ ਹੈਗੀ ਆ, ਬਾਬੇ ਦੀ ਕਿਰਪਾ ਹੁੰਦੀ ਆ, ਚੱਲੇ ਰਹੀਦਾ। ਅਖੀਰ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਸੁਨੇਹਾ ਜਿਹੜਾ ਕੀ ਦੇਣਾ ਚਾਹੁੰਦੇ ਹੋ? ਸੁਨੇਹਾ ਇਹੀ ਦੇਣਾ ਚਾਹੁੰਦਾ ਹੈਗਾ ਕਿ ਤੁਸੀਂ ਸਾਰੇ ਬੰਦੇ ਆਪਣੀ ਹੈਲਥ ਦੇ ਲਈ ਜਾਗਰੂਕ ਰਹੋ।
ਜ਼ਰੂਰ ਕੁਛ ਨਾ ਕੁਛ ਕਰੋ। ਸਵੇਰੇ ਉੱਠ ਕੇ ਸੈਰ ਕਰੋ, ਰਨਿੰਗ ਕਰੋ, ਯੋਗਾ ਕਰੋ, ਕੁਛ ਵੀ ਕਰੋ, ਕਰੋ ਜ਼ਰੂਰ, ਕਿਉਂਕਿ ਜੇ ਤੁਹਾਡੀ ਹੈਲਥ ਫਿੱਟ ਹੈ, ਜੇ ਤੁਹਾਡਾ ਸਰੀਰ ਫਿੱਟ ਹੈ, ਤੁਸੀਂ ਜੋ ਮਰਜ਼ੀ ਕੁਛ ਕਰ ਸਕਦੇ ਹੈਗੇ ਹੋ, ਤੁਸੀਂ ਇੰਜੋਏ ਕਰ ਸਕਦੇ ਆ ਆਪਣੀ ਲਾਈਫ ਨੂੰ। ਨਹੀਂ ਤਾਂ ਜੇ ਤੁਸੀਂ ਆਪ ਹੀ ਫਿੱਟ ਨਹੀਂ ਆ, ਕੋਈ ਫਾਇਦਾ ਨਹੀਂ। ਹੁਣ ਮੈਂ ਆਪਣੇ ਆਪ ਨੂੰ ਬਹੁਤ ਗੁੱਡ ਮਹਿਸੂਸ ਕਰਦਾ, ਮੈਂ ਜਿਹੜੀ ਸਾਰਾ ਕੁਛ ਕਰਨ ਤੋਂ ਬਾਅਦ ਆਫਿਸ ਦੇ ਵਿੱਚ ਬਹੁਤ ਅੱਛੀ ਤਰੀਕੇ ਨਾਲ ਆਪਣਾ ਕੰਮ ਕਰ ਸਕਦਾ ਹੈਗਾ। ਇਸ ਲਈ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਡੈਫੀਨੇਟਲੀ ਐਕਸਰਸਾਈਜ਼ ਕਰੋ ਹੀ ਕਰੋ। ਥੈਂਕ ਯੂ। ਸੋ ਇਹ ਸਨ ਸੀਗੇ ਰਜਨੀਸ਼ ਸ਼ਰਮਾ ਜੀ, ਜਿਨ੍ਹਾਂ ਨੇ ਵਰਲਡ ਰਿਕਾਰਡ ਬਣਾਇਆ 6333 ਕਿਲੋਮੀਟਰ ਰਨਿੰਗ ਦੇ ਵਿੱਚ, ਤੇ ਇਸ ਦੇ ਨਾਲ ਨਾਲ ਸਾਈਕਲਿੰਗ ਵੀ ਕਰਦੇ ਨੇ, ਚਾਰਟਰਡ ਅਕਾਊਂਟੈਂਟ ਵੀ ਨੇ, ਕੰਮਕਾਰ ਵੀ ਜਿਹੜਾ ਨਾਲ ਦੀ ਨਾਲ ਸਾਂਭਦੇ ਨੇ। ਤਾਂ ਮੋਟੀਵੇਸ਼ਨ ਜਿਹੜੀ ਹੈ ਜ਼ਰੂਰ ਮਿਲਦੀ ਹੈ। ਜਿਹੇ ਲੋਕ ਜਿਹੜੇ ਮੋਟੀਵੇਸ਼ਨ ਬਣਦੇ ਨੇ, ਬਾਕੀ ਜਿਹੜੇ ਲੋਕ ਨੇ ਜੋ ਡਿਪਰੈਸਡ ਰਹਿੰਦੇ ਨੇ ਜਾਂ ਫਿਰ ਸੋਚਦੇ ਨੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰਨਾ, ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ। ਦੇਖਦੇ ਰਹੋ ਦ ਸਮਰ ਨਿਊਜ਼। ਕੈਮਰਾਮੈਨ ਹਰਜੀਤ ਕਾਕਾ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।